ਸਤਿ ਸ਼੍ਰੀ ਅਕਾਲ ਜੀ। ਸਕਸੈਸ ਟਰੀ ਪੰਜਾਬ ਤੇ ਮੈਂ ਦਵਿੰਦਰ ਸਿੱਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸੋ ਟ੍ਰਿਬਿਊਨ ਦੇ ਵਿੱਚ ਇੱਕ ਨਿਊਜ਼ ਆਰਟੀਕਲ ਆਇਆ ਜਿਹਦੇ ਵਿੱਚ ਭਗਵੰਤ ਮਾਨ ਸਰਕਾਰ ਨੇ 5 ਬੰਦਿਆਂ ਨੂੰ ਸਪੈਸ਼ਲ ਰਮਿਸ਼ਨ ਦਿੱਤੀ ਜੇਲ੍ਹ ਸੈਂਟੈਂਸ ਤੋਂ, ਤੇ ਇਹ ਸਪੈਕੂਲੇਸ਼ਨਸ ਲਾਈਆਂ ਜਾ ਰਹੀਆਂ ਸੀਗੀਆਂ ਕਿ ਸ਼ਾਇਦ ਪੰਜਾਬ ਕਾਂਗਰਸ ਕਮੇਟੀ ਦੇ ਫਾਰਮਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਹਦੇ ਵਿੱਚ ਰਮਿਸ਼ਨ ਮਿਲ ਜਾਵੇ, ਪਰ ਇਸ ਚੀਜ਼ ਤੋਂ ਉਲਟ ਆਪ ਸਰਕਾਰ ਨੇ ਉਹਨਾਂ ਦਾ ਨਾਮ ਇਨਕਲੂਡ ਹੀ ਨਹੀਂ ਕੀਤਾ। ठीक है जी। वैसे तो ये जी रमिशन की पावर होंगी है, यू कैन से पार्डनिंग पावर ये सिर्फ प्रेजिडेंट कोले होंगी है या फिर गवर्नर कोले होंगी है, पर आ स्पैशल रमिशन कित्थों आ गई? सो बेसिकली आज़ादी का अमृत महोत्सव स्कीम चलाई सी सरकार ने, सेंटर सरकार ने, ਉਹਦੇ ਵਿੱਚ ਉਹਨਾਂ ਨੇ एक इनिशिएटिव रखिया सी भी ऐसी हरेक स्टेट दे विच हरेक स्टेट गौरमेंट नूं ये पावर देवांगे एक तरीके की स्पैशल रमिशन भी वो किसी भी कन्विक्ट नूं दे सकते हैं। ठीक है जी। आज़ादी का अमृत महोत्सव दे विच एक स्पैशल रमिशन सरकारां नूं दित्ती गई सी, हर एक सरकार नूं। सो उस चीज़ का, उस पावर का, उस स्कीम का फायदा चकते हुए आप सरकार ने 5 बंदियां नूं जिहड़ा है रिहा किया है। बेसिकली रिहा नहीं किया, रमिशन की है, सेंटेंस रिडक्शन की है। ओके जी। सो मैं वो थोड़ा जिहा थोड़े नाल डिस्कस कर लवां भी अमृत महोत्सव हुंदा की है। आज़ादी का अमृत महोत्सव बेसिकली कुछ नहीं सीगा, 75 साल अपनी आज़ादी दे होए सी, ਉਹਨੂੰ ਕਮੈਮੋਰੇਟ ਕਰਨ ਵਾਸਤੇ, ਉਹਨੂੰ ਮਨਾਉਣ ਖਾਤਰ ਇੱਕ ਸਕੀਮ ਬਣਾਈ ਗਈ ਸੀ। ਉਹਦੇ ਅੰਦਰ ਮਲਟੀਪਲ ਇਨੀਸ਼ੀਏਟਿਵ ਸੀਗੇ। ਉਹਨਾਂ ਵਿੱਚੋਂ ਇੱਕ ਇਨੀਸ਼ੀਏਟਿਵ ਇਹ ਸੀਗਾ ਕਿ ਹਾਂ ਜਿਹੜੇ ਜੇਲ੍ਹ ਕਨਵਿਕਟਸ ਨੇ ਉਹਨਾਂ ਨੂੰ ਜਿਹੜੀ ਹੈ ਰਮਿਸ਼ਨ ਦਿੱਤੀ ਜਾਵੇ ਬੇਸਡ ਔਨ ਸਰਟਨ ਕੈਟੇਗਰੀਜ਼, ਸਬ ਬੇਸਡ ਔਨ ਸਰਟਨ ਪੈਰਾਮੀਟਰਸ। ਸੋ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਦ ਜੇਲਡ ਕਨਵਿਕਟਸ ਜਿਹੜੇ ਫੁੱਲਫਿਲ ਕਰਨਗੇ ਕੰਡੀਸ਼ਨ ਫॉर द ਰਿਲੀਜ਼ ਅੰਡਰ ਸਪੈਸ਼ਲ ਰਮਿਸ਼ਨ, ਉਹਨਾਂ ਨੂੰ 3 ਬੈਚਸ ਦੇ ਵਿੱਚ ਜਿਹੜਾ ਹੈ ਰਿਲੀਫ ਮਿਲੂਗੀ। ਕਿਹੜੇ ਬੈਚ ਸੀਗੇ ਉਹ? अगस्त 15 2022, जनवरी 26 23 ਤੇ ਅਗਸਤ 15 2023। ਸੋ ਇਹ 3 ਬੈਚਸ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਰਮਿਸ਼ਨ ਮਿਲਣੀ ਸੀ। ਠੀਕ ਹੈ ਜੀ। ਸੋ ਆ ਸੈਕੰਡ ਵਾਲੀ ਸੀ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਜੀ ਦਾ ਕੋਈ ਨਾਮ ਨਹੀਂ। ਵੈਸੇ ਉਹਨਾਂ ਵੱਲੋਂ ਇਹ ਹੋਪ ਕਰਨੀ ਕਿ ਉਹ ਫਾਰਮਰ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਨੇ ਤੇ ਉਹਨਾਂ ਤੋਂ ਇਹ ਹੋਪ ਕਰਨੀ ਕਿ ਸ਼ਾਇਦ ਸਾਨੂੰ ਆਪ ਵਾਲੇ ਜਿਹੜੇ ਰਮਿਸ਼ਨ ਦੇਣਗੇ, ਮੇਰੇ ਖਿਆਲ ਨਾਲ ਉਹ ਵੀ ਕੋਈ ਜਾਇਜ਼ ਗੱਲ ਨਹੀਂ ਹੈਗੀ। ਠੀਕ ਹੈ ਜੀ। ਜੇ ਸੇਮ ਪਾਰਟੀ ਹੁੰਦੀ ਫਿਰ ਤਾਂ ਮੈਂ ਮੰਨ ਲੈਂਦਾ, ਚਲੋ ਜੀ ਠੀਕ ਹੈ। ਹੁਣ पर जी गल ये आती आ भी ये पार्डनिंग पावर, रमिशन पावर, ये तो चलो सरकारां कोले टैंपरेरी परपस वास्ते सीगियां, है ना। ये जो स्कीम जो खत्म होगी वो पावरां भी उन्होंने तो लै लित्तियां जाणगियां, पर इस हुंदियां किन्ना कोल ने? ये हुंदियां ने सिर्फ 2 डिग्नेटरीज कोले। पहला आ गया जी राष्ट्रपति, जिहड़ा अपना फस्ट सिटीजन हुंदा अपने इंडिया का। पहला आ गया राष्ट्रपति जिन्हों आपां प्रेजिडेंट भी कहने, तो सैकेंड इज गवर्नर इन द स्टेट लेवल। सो इन्होंने को पावर्स होंगे ने, आप उन्होंने डिस्कस कर ली एक बारी। सो आर्टिकल 72, आर्टिकल 72 ऑफ द इंडियन कॉन्स्टिट्यूशन अपने संविधान दे विच पार्डनिंग पावर्स बारे लिखिया होया है अपने प्रेजिडेंट बारे, जिहदे विच कहंदे जी तुसीं पार्डन कर सकदे हो, रिप्राइव कर सकदे हो, रिस्पाइट कर सकदे हो, कम्यूट कर सकदे हो किसी भी परसन नूं। ਉਹ ਹੁਣ ਇਹ ਸ਼ਬਦਾਂ ਦੇ ਵਿੱਚ ਫਰਕ ਕੀ ਹੈ, ਇਹਨਾਂ ਸ਼ਬਦਾਂ ਦੀ ਡੈਫੀਨੇਸ਼ਨ ਵਿੱਚ ਕੀ ਫਰਕ ਹੈ, ਉਹ ਮੈਂ ਤੁਹਾਨੂੰ ਅੱਗੇ ਕਰਵਾਉਂਗਾ। ਬਟ ਇਹਦੇ ਆਪਾਂ ਦੇਖੀਏ ਪਹਿਲਾਂ ਇੱਕ ਵਾਰੀ। ਤੁਸੀਂ ਪਾਰਡਨ ਕਰ ਸਕਦੇ ਹੋ, ਰਿਸਪਾਈਟ ਕਰ ਸਕਦੇ ਹੋ ਕਿਸੇ ਵੀ ਸਿਟੀਜ਼ਨ ਨੂੰ ਇਫ ਦਾ ਪਨਿਸ਼ਮੈਂਟ ਇਜ਼ ਫॉर द ऑफेंस अगेंस्ट यूनियन लॉ। ਸੈਂਟਰ ਦੁਆਰਾ ਬਣਾਏ ਗਏ ਲਾਅ ਦੇ ਅਗੇਂਸਟ ਤੁਹਾਨੂੰ ਪਨਿਸ਼ਮੈਂਟ ਮਿਲੀ ਹੈ, ਪ੍ਰੈਜ਼ੀਡੈਂਟ ਤੁਹਾਨੂੰ ਪਾਰਡਨ ਕਰੂਗਾ। ਦੂਜੀ ਗੱਲ, ਜੇ ਕੋਈ ਕੋਰਟ ਮਾਰਸ਼ਲ ਦੇ ਦੁਆਰਾ ਤੁਹਾਨੂੰ ਪਨਿਸ਼ਮੈਂਟ ਜਾਂ ਫਿਰ ਸੈਂਟੈਂਸ ਹੋਈ ਆ, ਉਦੋਂ ਵੀ ਤੁਹਾਨੂੰ ਪਾਰਡਨ ਜਿਹੜੇ ਹੈ ਜਾਂ ਫਿਰ ਰਿਪਰਾਈਵ ਹੈ ਪ੍ਰੈਜ਼ੀਡੈਂਟ ਹੀ ਕਰੂਗਾ। ਤੀਜੀ ਗੱਲ, ਜੇ ਤੁਹਾਨੂੰ ਡੈਥ ਸੈਂਟੈਂਸ ਹੈ ਤਾਂ ਵੀ ਜਿਹੜੀ ਪਾਵਰ ਸਿੱਧੀ ਕੋਲ ਕਿਹਦੇ ਕੋਲੇ ਹੈ? ਪ੍ਰੈਜ਼ੀਡੈਂਟ ਕੋਲੇ ਹੈ। ਅੱਛਾ, ਜਿਹੜੀ ਆਹ ਪਾਰਡਨਿੰਗ ਪਾਵਰ ਹੈ ਪ੍ਰੈਜ਼ੀਡੈਂਟ ਦੀ, ਇਹ ਜੁਡੀਸ਼ਰੀ ਨਾਲੋਂ ਇੰਡੀਪੈਂਡੈਂਟ ਹੈ। ਅੱਛਾ, ਇੱਕ ਹੋਰ ਗੱਲ, ਹਾਂ ਵੀ ਇਹ ਜਿਹੜੀ ਪਾਵਰ ਹੈ ਨਾ ਪ੍ਰੈਜ਼ੀਡੈਂਟ ਦੀ, ਇਹ ਜਿਹੜੀ ਹੈ ਐਕਸਕਲੂਸਿਵ ਪਾਵਰ ਹੈ ਪਾਰਡਨਿੰਗ ਪਾਵਰ। ਠੀਕ ਹੈ ਜੀ। ਇਹ ਇੰਡੀਪੈਂਡੈਂਟ ਹੈ ਫਰੋਮ ਜੁਡੀਸ਼ਰੀ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਇਟ ਇਜ਼ ਐਨ ਐਗਜ਼ੈਕਟਿਵ ਪਾਵਰ। ਠੀਕ ਹੈ ਜੀ। ਸੋ ਇਹਨੂੰ ਰੱਖਣ ਦਾ ਮਕਸਦ ਕੀ ਸੀਗਾ ਵੀ ਹਾਂ ਚਲੋ ਵੀ ਉਹ ਅਦਰਵਾਈਜ਼ ਆਪਣਾ ਜੁਡੀਸ਼ੀਅਲ ਸਿਸਟਮ ਚੱਲ ਹੀ ਰਿਹਾ, ਸੁਪਰੀਮ ਕੋਰਟ, ਹਾਈ ਕੋਰਟ ਬੈਠਦੀਆਂ ਨੇ, ਲੋਅਰ ਕੋਰਟਸ ਬੈਠਦੀਆਂ ਨੇ। ਸੋ ਇਹਨੂੰ ਚਲਾਉਣ ਦਾ ਚੱਕਰ ਕੀ ਸੀ, ਇਹਨੂੰ ਚਲਾਉਣ ਦਾ ਮੇਨ ਮਕਸਦ ਕੀ ਸੀ, ਪਾਰਡਨਿੰਗ ਪਾਵਰ ਦੇਣ ਦਾ ਪ੍ਰੈਜ਼ੀਡੈਂਟ ਨੂੰ ਕੀ ਰੀਜ਼ਨ ਰਿਹਾ? ਸੋ ਬੇਸਿਕਲੀ 2 ਫੋਲਡ ਰੀਜ਼ਨ ਹੈ। ਪਹਿਲਾ ਰੀਜ਼ਨ ਇਹ ਸੀ ਵੀ ਹਾਂ ਕਈ ਵਾਰੀ ਜੁਡੀਸ਼ੀਅਲ ਐਰਰ ਹੋ ਜਾਂਦੇ ਨੇ ਤਾਂ ਉਸ ਬੰਦੇ ਨੂੰ ਕਰੈਕਸ਼ਨ ਕਰਨ ਦੇ ਲਈ ਆਪਾਂ ਪਾਰਡਨਿੰਗ ਪਾਵਰ ਰੱਖਾਂਗੇ ਪ੍ਰੈਜ਼ੀਡੈਂਟ ਕੋਲੇ, ਪਹਿਲੀ ਕੰਡੀਸ਼ਨ। ਦੂਜੀ ਗੱਲ ਕਹਿੰਦੇ ਵੀ ਕਈ ਵਾਰੀ ਬਹੁਤ ਜ਼ਿਆਦਾ ਹਾਰਸ਼ ਜਿਹੜੀ ਹੈ ਸੈਂਟੈਂਸ ਦੇ ਦਿੱਤਾ ਜਾਂਦਾ, ਸੋ ਇਸ ਤਰੀਕੇ ਨਾਲ ਪ੍ਰੈਜ਼ੀਡੈਂਟ ਇੱਕ ਤਰੀਕੇ ਦਾ ਕਿਊਰੇਟਿਵ ਮੈਜਰ ਲੈ ਸਕਦਾ। ਠੀਕ ਹੈ ਜੀ। ਸੋ ਇਹ 2 ਫੋਲਡ ਰੀਜ਼ਨ ਸੀਗੇ। ਉਸ ਤੋਂ ਬਾਅਦ ਜੇ ਮੈਂ ਅੱਗੇ ਗੱਲ ਕਰਾਂ ਵੀ ਪ੍ਰੈਜ਼ੀਡੈਂਟ ਦੇ ਜਿਹੜੇ ਡਿਸੀਜ਼ਨ ਹੋਣਗੇ ਨਾ ਰਿਗਾਰਡਿੰਗ ਪਾਰਡਨਿੰਗ, ਹੈ ਨਾ, ਕਿਸੇ ਵੀ ਆਪਣੇ ਜੁਡੀਸ਼ੀਅਲ ਜੁਰਿਸਡਿਕਸ਼ਨ ਚੋਂ ਬਾਹਰ ਹੋਣਗੇ। ਇਟ ਮੀਨਸ ਕਿ ਕਿਸੇ ਵੀ ਜੁਡੀਸ਼ੀਅਲ ਰਿਵਿਊ ਦਾ ਸਬਜੈਕਟ ਨਹੀਂ ਬਣ ਸਕਦਾ ਕਿਉਂਕਿ ਇਹ ਐਗਜ਼ੈਕਟਿਵ ਪਾਵਰ ਹੈ। ਚਲੋ ਠੀਕ ਹੈ ਜੀ, ਇਹ ਤਾਂ ਸਮਝ ਲਿਆ ਆਪਾਂ। ਹੁਣ ਆਪਾਂ ਗੱਲ ਕਰ ਲਈਏ ਗਵਰਨਰ ਦੀ ਪਾਵਰ। ਠੀਕ ਹੈ ਜੀ। ਕੰਪੈਰੀਜ਼ਨ ਜੇ ਮੈਂ ਗੱਲ ਕਰਾਂ
ਕੰਪੈਰੀਜ਼ਨ ਗੱਲ ਕਰੀਏ ਵੀ ਅੰਡਰ ਆਰਟੀਕਲ 72 ਪ੍ਰੈਜ਼ੀਡੈਂਟ ਦੀ ਪਾਰਡਨਿੰਗ ਪਾਵਰ, ਅੰਡਰ ਆਰਟੀਕਲ 161 ਗਵਰਨਰ ਦੀ ਪਾਵਰ। ਸੋ ਇਹਨਾਂ ਦੋਨਾਂ ਨੂੰ ਕੰਪੈਰੀਜ਼ਨ ਜੇ ਆਪਾਂ ਕਰਦੇ ਹਾਂ ਆਲਮੋਸਟ ਸਿਮਿਲਰ ਨੇ, ਆਲਮੋਸਟ ਸਿਮਿਲਰ ਜਿਹੜੀਆਂ ਪਾਵਰਾਂ ਨੇ ਦੋਨਾਂ ਕੋਲੇ, ਬਟ ਕੁਛ ਮੇਜਰ ਜੇ 2-3 ਡਿਫਰੈਂਸ ਨੇ ਉਹ ਆਪਾਂ ਕਰਨੇ ਨੇ। ਆਰਟੀਕਲ 161 ਕੀ ਕਹਿੰਦਾ? ਆਰਟੀਕਲ 161 ਗ੍ਰਾਂਟ ਸਿਮਿਲਰ ਪਾਰਡਨਿੰਗ ਪਾਵਰਸ ਟੂ ਦ ਸਟੇਟ ਗਵਰਨਰਸ ਵਿਦ ਰਿਸਪੈਕਟ ਟੂ ਸਟੇਟ ਲਾਸ। ਅੱਛਾ, ਪ੍ਰੈਜ਼ੀਡੈਂਟ ਜਿਹੜੀ ਹੈ ਯੂਨੀਅਨ ਲਾਸ ਦੇ ਅਗੇਂਸਟ ਜਿਹੜੇ ਆਪਣੀ ਪਾਰਡਨਿੰਗ ਪਾਵਰ ਸੁਣਾਉਂਦਾ, ਗਵਰਨਰ ਸੁਣਾਉਂਦਾ ਸਟੇਟ ਲਾਸ ਦੇ ਵਿਰੁੱਧ। ਠੀਕ ਹੈ, ਸੋ ਦਾ ਪਾਵਰ ਆਫ ਗਵਰਨਰ ਡਜ਼ ਨਾਟ ਐਕਸਟੈਂਡ ਟੂ, ਕਿੱਥੇ ਗਵਰਨਰ ਦੀ ਪਾਵਰ ਨਹੀਂ ਜਾਂਦੀ, ਮੇਨ ਗੱਲ ਉਹ ਹੈ। ਸੋ ਪਹਿਲੀ ਗੱਲ, ਜੇ ਕੋਰਟ ਮਾਰਸ਼ਲ ਦਾ ਸੈਂਟੈਂਸ ਦਿੱਤਾ ਹੋਇਆ ਤਾਂ ਗਵਰਨਰ ਕੋਲ ਕੋਈ ਪਾਵਰ ਨਹੀਂ, ਪ੍ਰੈਜ਼ੀਡੈਂਟ ਕੋਲੇ ਜਾਊਗੀ ਅਪੀਲ। ਦੂਜੀ ਗੱਲ, ਪਾਰਡਨਿੰਗ ਆਫ ਦੀ ਡੈਥ ਸੈਂਟੈਂਸ, ਜੇ ਕਿਸੇ ਨੂੰ ਡੈਥ ਸੈਂਟੈਂਸ ਮਿਲਿਆ ਹੋਇਆ ਬੰਦੇ ਨੂੰ ਤਾਂ ਉਹਨੂੰ ਪਾਰਡਨ ਜਿਹੜਾ ਹੈ ਗਵਰਨਰ ਨਹੀਂ ਕਰ ਸਕਦਾ। ਗਵਰਨਰ ਉਹਨੂੰ ਕਮਿਊਟ ਕਰ ਸਕਦਾ ਹੈ, ਗਵਰਨਰ ਨੂੰ ਰਿਪਰਾਈਵ ਕਰ ਸਕਦਾ, ਪਰ ਉਹਨੂੰ ਪਾਰਡਨ ਨਹੀਂ ਕਰ ਸਕਦਾ, ਇਹ ਗੱਲ ਯਾਦ ਰੱਖ ਲਿਓ। ਤੀਜੀ ਗੱਲ, ਪ੍ਰੈਜ਼ੀਡੈਂਟ ਅਲੋਨ ਕੈਨ ਪਾਰਡਨ ਅ ਡੈਥ ਸੈਂਟੈਂਸ। ਡੈਥ ਸੈਂਟੈਂਸ ਨੂੰ ਪਾਰਡਨ ਕਰਨਾ, ਪਾਰਡਨ ਦਾ ਮਤਲਬ ਇਹ ਹੁੰਦਾ ਵੀ ਬਿਲਕੁਲ ਹੀ ਬਰੀ ਕਰ ਦੇਣਾ, ਕਿਸੇ ਵੀ ਕਨਵਿਕਟ ਨੂੰ ਬਿਲਕੁਲ ਹੀ ਬਰੀ ਕਰ ਦੇਣਾ, ਵੀ ਉਹਨੂੰ ਚਾਹੇ ਉਮਰ ਕੈਦ ਦੀ ਸਜ਼ਾ ਸੀ ਜਾਂ ਉਹਨੂੰ 10 ਸਾਲ ਦੀ ਕੈਦ ਸੀ, ਬਿਲਕੁਲ ਜ਼ੀਰੋ ਕਰਤੀ, ਉਹਨੂੰ ਜਮੀ ਘਰੇ ਭੇਜਤਾ ਵੀ ਜਾ ਬਾਈ। ਸੋ ਪਾਰਡਨ ਉਹ ਹੁੰਦਾ ਹੈ, ਪਰ ਗਵਰਨਰ ਦੇ ਕੇਸ ਵਿੱਚ ਉਹ ਡੈਥ ਸੈਂਟੈਂਸ ਨੂੰ ਪਾਰਡਨ ਨਹੀਂ ਕਰ ਸਕਦਾ, ਘਟਾ ਸਕਦਾ ਸਜ਼ਾ। ਠੀਕ ਹੈ ਜੀ, ਇਹ ਗੱਲ ਜ਼ਰੂਰੀ ਹੈ। ਬਸ ਹੁਣ ਆਪਾਂ ਇਹ 5 ਜਿਹੜੇ ਵਰਡਸ ਨੇ ਜਾਂ ਟਰਮਸ ਨੇ ਬਸ ਇਹਨੂੰ ਸਮਝ ਲਈਏ, ਫਿਰ ਆਪਣਾ ਜਿਹੜਾ ਹੈ ਗਵਰਨਰ ਦੇ ਜਾਂ ਫਿਰ ਪ੍ਰੈਜ਼ੀਡੈਂਟ ਦੀ ਪਾਰਡਨਿੰਗ ਪਾਵਰ ਬਾਰੇ ਆਪਣਾ ਜਿਹੜਾ ਹੈ ਪੂਰਾ ਕਨਸੈਪਟ ਕਲੀਅਰ ਹੋ ਜਾਊਗਾ। ਸੋ 5 ਤਰੀਕੇ ਦੀਆਂ ਪਾਵਰਾਂ ਹੁੰਦੀਆਂ ਨੇ ਜਿਹੜੀਆਂ ਪ੍ਰੈਜ਼ੀਡੈਂਟ ਪਲੱਸ ਗਵਰਨਰ ਨੂੰ ਮਿਲਦੀਆਂ ਨੇ। ਫਸਟ ਵਨ ਇਜ਼ ਪਾਰਡਨ, ਦ ਸੈਕੰਡ ਵਨ ਇਜ਼ ਕਮਿਊਟੇਸ਼ਨ, ਥਰਡ ਵਨ ਇਜ਼ ਰਮਿਸ਼ਨ, ਰਿਸਪਾਈਟ ਐਂਡ ਰਿਪਰਾਈਵ। ਸੋ ਪਾਰਡਨ ਦਾ ਮਤਲਬ ਕੀ ਹੁੰਦਾ ਹੈ? ਇਟ ਰਿਮੂਵਸ ਬੋਥ ਦੀ ਸੈਂਟੈਂਸ ਐਂਡ ਦੀ ਕਨਵਿਕਸ਼ਨ and completely absolves the convict from the all sentences. It means ਕਿ ਬੰਦੇ ਨੂੰ ਚਾਹੇ ਜਿੰਨੀ ਮਰਜ਼ੀ ਸਜ਼ਾ ਹੋਈ ਹੋਵੇ, ਪਾਰਡਨ ਮੀਨਸ ਕਿ ਬਿਲਕੁਲ ਹੀ ਬਰੀ ਕਰ ਦੇਣਾ, ਬਾਈ ਤੇਰੇ ਤੇ ਕੋਈ ਦੋਸ਼ ਹੀ ਨਹੀਂ ਹੈਗਾ, ਤੂੰ ਚੱਲ ਕਰੇ। ਸੋ ਪਾਰਡਨ ਇਜ਼ ਦੈਟ ਪਾਵਰ। ਸੋ ਪਾਰਡਨ ਇਜ਼ ਬਿਲਕੁਲ ਐਬਜ਼ੋਲਵ ਕਰ ਦੇਣਾ। ਅਗਲੀ ਆ ਗਈ ਕਮਿਊਟੇਸ਼ਨ। ਕਮਿਊਟੇਸ਼ਨ ਦਾ ਸੈਕੰਡ ਪਾਵਰ। ਸੋ ਬੇਸਿਕਲੀ ਇਹ ਕੀ ਹੁੰਦਾ ਹੈ? ਇਟ ਡਿਨੋਟਸ ਦਾ ਸਬਸਟੀਟਿਊਸ਼ਨ ਆਫ ਵਨ ਫਾਰਮ ਆਫ ਪਨਿਸ਼ਮੈਂਟ ਫॉर ਅ ਲਾਈਟਰ ਫਾਰਮ। ਯਾਨੀ ਕਿ ਜੇ ਡੈਥ ਸੈਂਟੈਂਸ ਮਿਲਿਆ ਹੋਇਆ ਹੈ ਤਾਂ ਉਹਨੂੰ ਘਟਾ ਕੇ ਲਾਈਫ ਇੰਪ੍ਰਿਜ਼ਨਮੈਂਟ ਕਰ ਦਿੱਤਾ ਜਾਊਗਾ। ਠੀਕ ਹੈ ਜੀ, ਲਾਈਫ ਇੰਪ੍ਰਿਜ਼ਨਮੈਂਟ ਕਰ ਦਿੱਤਾ ਜਾਊਗਾ। ਉਹੀ ਗੱਲ ਹੈ, ਫੋਰ ਐਗਜ਼ਾਮਪਲ ਇਹ ਡੈਥ ਸੈਂਟੈਂਸ ਮੇ ਬੀ ਕਮਿਊਟਡ ਟੂ ਰਿਗਰਸ ਇੰਪ੍ਰਿਜ਼ਨਮੈਂਟ ਵਿਚ ਇਨ ਟਰਨ ਮੇ ਬੀ ਕਮਿਊਟਡ ਟੂ ਸਿੰਪਲ ਇੰਪ੍ਰਿਜ਼ਨਮੈਂਟ। ਯਾਨੀ ਕਿ ਸਟੈਪ ਬਾय ਸਟੈਪ ਕਮਿਊਟ ਕਰਨਾ, ਕਿ ਡੈਥ ਸੈਂਟੈਂਸ ਨੂੰ ਰਿਗਰਸ ਇੰਪ੍ਰਿਜ਼ਨਮੈਂਟ, ਰਿਗਰਸ ਨੂੰ ਗਾਂ ਅੱਗੇ ਜੇ ਕਰ ਦਿਆ ਸਿੰਪਲ। ਸੋ ਇਸ ਤਰੀਕੇ ਨਾਲ ਠੀਕ ਹੈ ਜੀ ਚੱਲਦਾ ਕਮਿਊਟ ਦੇ ਵਿੱਚ। ਥਰਡ ਇਜ਼ ਰਮਿਸ਼ਨ, ਜਿਹੜੀ ਆਪਾਂ ਅੱਜ ਦੀ ਗੱਲ ਕੀਤੀ ਹੈ। ਰਮਿਸ਼ਨ ਇਜ਼ ਇਟ ਇੰਪਲਾਈਜ਼ reducing the period of sentence without changing its character। ਵੀ ਜਿੰਨੀ ਸੈਂਟੈਂਸ ਮਿਲਿਆ ਹੋਇਆ ਸੀ ਉਹਨੂੰ ਘਟਾਇਆ ਜਾਊਗਾ। ਜਿਵੇਂ 10 ਸਾਲ ਦੀ ਸਜ਼ਾ ਹੈ ਤਾਂ ਉਹ ਘਟਾ ਕੇ 5 ਸਾਲ ਕਰਤੀ ਜਾਂ 7 ਸਾਲ ਕਰਤੀ ਜਾਂ 8 ਸਾਲ ਕਰਤੀ। ਕਹਿਣ ਦਾ ਭਾਵ ਜੇ ਰਿਗਰਸ ਇੰਪ੍ਰਿਜ਼ਨਮੈਂਟ ਮਿਲੀ ਹੈ 10 ਸਾਲਾਂ ਦੀ ਨਾ, ਤਾਂ ਫਿਰ ਉਹ ਘਟਾ ਕੇ 5 ਸਾਲਾਂ ਦੀ ਰਿਗਰਸ ਇੰਪ੍ਰਿਜ਼ਨਮੈਂਟ ਹੈ ਨਾ। ਜੇ ਕੋਈ ਸਿੰਪਲ ਇੰਪ੍ਰਿਜ਼ਨਮੈਂਟ ਮਿਲੀ ਹੈ 10 ਸਾਲਾਂ ਦੀ, ਉਹਨੂੰ ਘਟਾ ਕੇ 5 ਸਾਲ। ਐਵੇਂ ਨਹੀਂ ਹੋ ਸਕਦਾ। ਟਾਈਮ ਘਟਾਇਆ ਜਾ ਸਕਦਾ ਇਹਦੇ ਵਿੱਚ, ਪਰ ਐਵੇਂ ਨਹੀਂ ਹੋ ਸਕਦਾ ਵੀ ਰਿਗਰਸ ਇੰਪ੍ਰਿਜ਼ਨਮੈਂਟ ਨੂੰ ਚੱਕ ਕੇ ਸਿੰਪਲ ਕਰ ਦਿੱਤਾ ਜਾਵੇ। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਪਰ ਰਮਿਸ਼ਨ ਦੇ ਵਿੱਚ ਰਮਿਸ਼ਨ ਇਜ਼ ਜਸਟ ਦਾ ਰਿਡਿਊਸਿੰਗ ਦਾ ਅਮਾਊਂਟ ਆਫ ਈਅਰਸ, ਇਹ ਗੱਲ ਯਾਦ ਰੱਖਣੀ ਹੈ। ਦ ਫੋਰਥ ਵਨ ਇਜ਼ ਰਿਸਪਾਈਟ। ਇਹਦਾ ਕੀ ਹੁੰਦਾ ਮਤਲਬ? ਇਹ ਜੀ ਹੁੰਦਾ ਹੈ, ਜਿਵੇਂ ਤੁਹਾਨੂੰ ਪਹਿਲਾਂ ਅਦਰਵਾਈਜ਼ ਸਿੰਪਲ ਤਰੀਕੇ ਨਾਲ ਦੱਸਾਂ ਵੀ ਕੁਝ ਸਪੈਸ਼ਲ ਕੇਸਿਸ ਦੇ ਵਿੱਚ, ਜਿਵੇਂ ਕੋਈ ਕਨਵਿਕਟ ਨੂੰ ਕੋਈ ਆਪਣੀ ਫਿਜ਼ੀਕਲ ਡਿਸੇਬਿਲਿਟੀ ਹੋ ਗਈ, ਕੋਈ ਪ੍ਰੈਗਨੈਂਟ ਹੈ ਕੋਈ ਵੂਮਨ ਹੈ ਨਾ, ਸੋ ਕੋਈ ਸਪੈਸ਼ਲ ਪਰਪਸ ਹੋ ਗਿਆ ਜਾਂ ਫਿਰ ਕੋਈ ਮੈਡੀਕਲ ਕੰਡੀਸ਼ਨ ਹੋ ਗਈ ਹੈ ਨਾ, ਜਾਂ ਕੋਈ ਅਨਫੋਰਸੀਨ ਜਿਹੜੀ ਹੈ ਸਿਚੁਏਸ਼ਨ ਆ ਗਈ, ਸੋ ਉਸ ਕੇਸਿਸ ਦੇ ਵਿੱਚ ਜਿਹੜੀ ਰਿਸਪਾਈਟ ਮਿਲਦੀ ਹੈ। ਸੋ ਇਟ ਡਿਨੋਟਸ ਅਵਾਰਡਿੰਗ ਦ ਲੈਸਰ ਸੈਂਟੈਂਸ ਇਨ ਪਲੇਸ ਆਫ ओरिजिनल अवॉर्डेड ड्यू टू सम स्पेशल फैक्ट्स जैसे कि फिजिकल डिसेबिलिटी और प्रेगनेंसी। दैट पावर इज रिस्पाइट पावर। एंड द फिफ्थ वन लास्ट वन इज रिप्राइव। ਰਿਪਰਾਈਵ ਕੀ ਹੁੰਦਾ ਹੈ? ਰਿਪਰਾਈਵ ਹੋਰ ਕੁਝ ਨਹੀਂ ਹੁੰਦਾ। ਜੇ ਕਿਸੇ ਬੰਦੇ ਨੂੰ ਡੈਥ ਸੈਂਟੈਂਸ ਮਿਲੀ ਹੋਈ ਹੈ ਨਾ, ਤਾਂ ਬਸ ਉਹਨੂੰ ਸਟੇ ਲਾਉਣੀ ਹੁੰਦੀ ਹੈ। ਬਸ ਜੇ ਉਹਦੀ ਸਟੇ ਲੱਗੀ ਹੋਈ ਹੈ, ਬਸ ਉਸ ਚੀਜ਼ ਨੂੰ ਆਪਾਂ ਕਹਿ ਦਿੰਦੇ ਹਾਂ ਰਿਪਰਾਈਵ ਸੌਰੀ। ਸੋ ਇਟ ਇੰਪਲਾਈਜ਼ ਅ ਸਟੇ ਟੂ ਆਫ ਦ ਐਗਜ਼ੀਕਿਊਸ਼ਨ ਆਫ ਹਿਸ ਸੈਂਟੈਂਸ, ਸਪੈਸ਼ਲੀ ਦੈਟ ਆਫ ਏ ਡੈਥ ਫॉर ਅ ਟੈਂਪਰੇਰੀ ਪੀਰੀਅਡ। ਕਿਸੇ ਵੀ ਸੈਂਟੈਂਸ ਦੇ ਉੱਤੇ, ਚਾਹੇ ਉਹ ਡੈਥ ਸੈਂਟੈਂਸ ਹੋਵੇ, ਰਿਗਰਸ ਇੰਪ੍ਰਿਜ਼ਨਮੈਂਟ ਹੋਵੇ, ਲਾਈਫ ਇੰਪ੍ਰਿਜ਼ਨਮੈਂਟ ਹੋਵੇ, ਉਹਦੇ ਉੱਤੇ ਸਟੇ ਲੱਗ ਜਾਣੀ ਵੀ ਹਾਂ ਫॉर द टाइम बीइंग ਉਹਦੇ ਤੇ ਸਟੇ ਹੈ। ਉਸ ਚੀਜ਼ ਨੂੰ, ਉਸ ਪਾਵਰ ਨੂੰ ਆਪਾਂ ਪ੍ਰੈਜ਼ੀਡੈਂਟ ਜਾਂ ਗਵਰਨਰ ਦੀ ਕਹਿ ਦਈਦਾ ਰਿਪਰਾਈਵ। ਸੋ ਸਟੂਡੈਂਟਸ, ਆਈ ਹੋਪ ਕਿ ਤੁਹਾਨੂੰ ਇਹ ਵਾਲਾ ਟੌਪਿਕ ਬਹੁਤ ਕਲੀਅਰ ਹੋ ਗਿਆ ਹੋਣਾ। ਬੜਾ ਹੀ ਇੰਪੋਰਟੈਂਟ ਟੌਪਿਕ ਹੈ। ਸੋ ਥੈਂਕ ਯੂ ਸੋ ਮਚ ਜੀ। ਮਿਲਦੇ ਹਾਂ ਫਿਰ ਸਕਸੈਸ ਟਰੀ ਪੰਜਾਬ ਦੇ ਨੈਕਸਟ ਵੀਡੀਓ ਵਿੱਚ।